ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰੁਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਆਜ਼ਾਦੀ ਦਿਹਾੜੇ ਲਈ ਕੰਟੇਨਰ ਲਾ ਕੇ ਲਾਲ ਕਿਲਾ ਕੀਤਾ ਗਿਆ ਸੀਲ। ਕਿਸਾਨੀ ਅੰਦੋਲਨ ਨੂੰ ਦੇਖਦਿਆਂ ਸਖਤ ਸੁਰੱਖਿਆ ਪ੍ਰਬੰਧ। ਹਰਿਆਣਾ ਵਿੱਚ ਪੁਲਿਸ ਦੀ ਮਨਾਹੀ ਦੇ ਬਾਵਜੂਦ ਕੱਲ ਕਿਸਾਨ ਕਰਨਗੇ ਤਿਰੰਗਾ ਯਾਤਰਾ। ਸਿੰਘੂ ਬਾਰਡਰ ਤੇ ਪਹੁੰਚੇਗਾ ਹਜ਼ਾਰਾਂ ਦਾ ਕਾਫਿਲਾ। ਪਾਰਲੀਮੈਂਟ ਵਿੱਚ ਫਿਰ ਗਰਜੇ ਭਗਵੰਤ ਮਾਨ। ਕਿਹਾ ਗੋਰਿਆਂ ਤੋਂ ਮਿਲੀ ਆਜ਼ਾਦੀ ਪਰ ਸਿਆਸਤਦਾਨਾਂ ਨੇ ਬਣਾਇਆ ਮਾਨਸਿਕ ਗੁਲਾਮ। ਅਕਾਲੀ ਦਲ ਬਾਦਲ ਵਿੱਚ ਵਾਪਸੀ ਦੀਆਂ ਅਟਕਲਾਂ ਤੇ ਬੋਲੇ ਢੀਂਡਸਾ। ਆਪ ਨਾਲ ਗੱਠਜੋੜ ਤੇ ਦਿੱਤਾ ਬਿਆਨ। ਨਵਜੋਤ ਸਿੰਘ ਸਿੱਧੂ ਨੇ ਕੀਤੀ ਵਿਧਾਇਕਾਂ ਨਾਲ ਬੈਠਕ। ਪੰਜਾਬ ਵਿੱਚ ਸੁਰੱਖਿਆ ਕਾਨੂੰਨ ਵਿਵਸਥਾ ਤੇ ਬਿਜਲੀ ਮੁੱਦੇ ਤੇ ਨਾਖੁਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਤਿਹਾਸਿਕ ਲਾਲ ਕਿਲੇ ਦੀ ਸੁਰੱਖਿਆ ਲਈ ਬਹੁਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਭਲਕੇ 75ਵੇਂ ਆਜ਼ਾਦੀ ਦਿਹਾੜੇ ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਸੁਰੱਖਿਆ ਘੇਰੇ ਲਈ NSG, ਸਨਾਈਪਰ, ਸਵਾਤ ਕਮਾਂਡੋ, ਪਤੰਗ ਫੜਨ ਵਾਲੇ ਕਾਮੇ, ਸਵਾਨ ਦਸਤੇ ਅਤੇ ਉੱਚੀਆਂ ਇਮਾਰਤਾਂ ਤੇ ਨਾ ਖੁੰਝਣ ਵਾਲਾ ਨਿਸ਼ਾਨਾ ਲਾਉਣ ਵਾਲਿਆਂ ਦੀ ਤਾਇਨਾਤੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਲਾਲ ਕਿਲੇ ਦੇ ਚਾਰੋਂ ਪਾਸੇ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਰਗੇ ਮਾਪਦੰਡਾਂ ਦੀ ਪਾਲਣਾ ਜ਼ਰੂਰ ਹੋਵੇਗੀ, ਜਿਵੇਂ ਪਿਛਲੇ ਸਾਲ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਕੀਤਾ ਗਿਆ ਸੀ। ਭਾਰਤ ਦਾ ਓਲੰਪਿਕ ਦਲ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਲਾਲ ਕਿਲੇ ਵਿੱਚ ਮੌਜੂਦ ਰਹੇਗਾ। ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਤੋਂ ਲਾਲ ਕਿਲੇ ਦੇ ਮੁੱਖ ਦੁਆਰ ਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਸ਼ਿਪਿੰਗ ਕੰਟੇਨਰਾਂ ਦੀ ਇੱਕ ਵੱਡੀ ਕੰਧ ਖੜੀ ਕੀਤੀ ਸੀ। ਕੰਟੇਨਰਾਂ ਨੂੰ ਇਸ ਤਰ੍ਹਾਂ ਨਾਲ ਰੱਖਿਆ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਿਤ ਕਰਨਗੇ ਤਾਂ ਕੋਈ ਵੀ ਲਾਲ ਕਿਲੇ ਦੇ ਕੰਪਲੈਕਸ ਅੰਦਰ ਨਹੀਂ ਵੇਖ ਸਕੇਗਾ। ਪੁਲਿਸ ਨੇ ਕਿਹਾ ਕਿ ਚਾਂਦਨੀ ਚੌਂਕ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਕੋਈ ਵੀ ਕਿਲੇ ਦੇ ਅੰਦਰ ਨਹੀਂ ਵੇਖ ਸਕੇਗਾ। ਇਹ ਕਦਮ ਬੀਤੀ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਟਰੈਕਟਰ ਚਲਾਉਂਦੇ ਹੋਏ ਲਾਲ ਕਿਲੇ ਤੇ ਪਹੁੰਚਣ ਅਤੇ ਸਮਾਰਕ ਵਿੱਚ ਐਂਟਰੀ ਕਰਕੇ ਇੱਕ ਕੇਸਰੀ ਝੰਡਾ ਲਹਿਰਾਉਣ ਮਗਰੋਂ ਚੁੱਕਿਆ ਗਿਆ। ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ ਤੇ ਵੀ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ, ਜਿੱਥੇ ਹਜ਼ਾਰਾਂ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪਿਛਲੇ 8 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਨੇ। ਉਧਰ ਦਿੱਲੀ ਟ੍ਰੈਫਿਕ ਪੁਲਿਸ ਨੇ ਵੀ ਲਾਲ ਕਿਲੇ 'ਚ ਆਜ਼ਾਦੀ ਦਿਵਸ ਸਮਾਰੋਹ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਤਾਂ ਕਿ ਸ਼ਹਿਰ ਭਰ ਵਿੱਚ ਵਾਹਨਾਂ ਦੀ ਸੁਰੱਖਿਆ ਅਤੇ ਸੁਚਾਰੂ ਸੰਚਾਲਨ ਯਕੀਨੀ ਕੀਤਾ ਜਾ ਸਕੇ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਸਿੰਘੂ ਬਾਰਡਰ ਤੱਕ ਤਿਰੰਗਾ ਯਾਤਰਾ ਕੱਢਣਗੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਕੁਰੂਕਸ਼ੇਤਰ ਸ਼ਹਿਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿੱਥੇ 26 ਨਵੰਬਰ ਨੂੰ ਪਹਿਲੀ ਵਾਰ ਕਿਸਾਨਾਂ ਤੇ ਲਾਠੀਚਾਰਜ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਕੁਰੂਕਸ਼ੇਤਰ ਤੋਂ ਸ਼ੁਰੂ ਹੋ ਕੇ ਤਿਰੰਗਾ ਯਾਤਰਾ ਕਰਨਾਲ, ਪਾਣੀਪਤ ਤੇ ਸੋਨੀਪਤ ਤੋਂ ਹੁੰਦੀ ਹੋਈ ਸਿੰਘੂ ਬਾਰਡਰ ਤੇ ਸਮਾਪਤ ਹੋਵੇਗੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਵੇਂ ਕਿ ਹਰਿਆਣਾ ਪੁਲਿਸ ਇਸ ਤਿਰੰਗਾ ਯਾਤਰਾ ਨੂੰ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਵਾਹਨ ਲੈ ਕੇ ਕਿਸਾਨ ਇਸ ਯਾਤਰਾ 'ਚ ਸ਼ਾਮਲ ਹੋਣਗੇ। ਉਹਨਾਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਜੇਕਰ ਕਿਸਾਨਾਂ ਦੀ ਤਿਰੰਗਾ ਯਾਤਰਾ ਦੇ ਵਿੱਚ ਪੁਲਿਸ ਨੇ ਕੋਈ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਜ਼ਿੰਮੇਵਾਰ ਹਰਿਆਣਾ ਸਰਕਾਰ ਹੋਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ 15 ਅਗਸਤ ਨੂੰ ਇਸ ਤਰੀਕੇ ਦਾ ਕੋਈ ਵੀ ਪ੍ਰੋਗਰਾਮ ਨਾ ਉਲੀਕਣ ਦੀ ਅਪੀਲ ਕੀਤੀ ਗਈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ ਤੇ ਕਿਹਾ ਕਿ ਆਜ਼ਾਦੀ ਦਿਹਾੜੇ ਤੇ ਤਿਰੰਗਾ ਯਾਤਰਾ ਕਰਨਾ देश के नागरिक होने के नाते उन्हां दा हक बनता है। साथियों नमस्कार। साथियों कल 15 अगस्त है, देश की आज़ादी का दिन है, लेकिन वास्तव में किसान आज़ाद नहीं हुआ है, हमें आर्थिक आज़ादी नहीं मिली है। और कल हमारा प्रदर्शन पूरे प्रदेश में है और पीपली किसान क्रांति चौक, जहां सबसे पहले 10 सितंबर को किसानों पे लाठीचार्ज हुआ था, बहुत से किसानों के सिर फुटे थे, वहाँ से एक तिरंगा यात्रा लेके दिल्ली तक आना है। और आप सबसे अनुरोध है कि कल 9 बजे पीपली चौक पे कुरुक्षेत्र जिला के लोग ज़्यादा से ज़्यादा पहुँच, और उसके आगे करनाल, पानीपत, सोनीपत, वहाँ से भी आगे जत्थे मिलते जाएंगे। और सुबह किसान क्रांति चौक पीपली से लेकर ये यात्रा सुबह 9 बजे निकलेगी और एक बड़ा तिरंगा प्रदर्शन, तिरंगा यात्रा ये इसलिए भी ज़रूरी है कि बीजेपी ने 1 तारीख से 15 तारीख तक तिरंगा यात्रा निकाली है। वैसे तो तिरंगे से उनको कोई लगाव नहीं है, लेकिन तिरंगे के बहाने तिरंगे की ओट लेके उन्होंने गाँव में घुसा है, वरना लोग घुसने नहीं दे रहे थे।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੀਤੀ ਕੱਲ ਪਾਰਲੀਮੈਂਟ ਦੇ ਵਿੱਚ ਛੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਵੰਗਾਰ ਲਗਾਈ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਦਾ ਪੂਰਾ ਸਮਾਜ ਖੇਤੀ ਦੇ ਨਾਲ ਜੁੜਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਭਾਵੇਂ ਹੀ ਅਸੀਂ ਕੱਲ ਨੂੰ ਆਪਣਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ, ਸਾਨੂੰ ਸਰੀਰਕ ਰੂਪ ਵਿੱਚ ਗੋਰਿਆਂ ਤੋਂ ਆਜ਼ਾਦੀ ਤਾਂ ਜ਼ਰੂਰ ਮਿਲ ਚੁੱਕੀ ਹੈ, ਪਰ ਅਜੇ ਵੀ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਮਾਨਸਿਕ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਾ ਤੋਹਫਾ ਦੇ ਸਕਦੇ ਨੇ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਰਾਜਨੀਤਿਕ ਲੋਕਾਂ ਨੇ ਦੇਸ਼ ਦੇ ਲੋਕਾਂ ਦੇ ਲਈ ਆਜ਼ਾਦੀ ਦੇ ਮਾਇਨੇ ਬਦਲ ਦਿੱਤੇ ਨੇ ਤੇ ਲੋਕਾਂ ਨੂੰ ਅਜੇ ਵੀ ਦਫ਼ਤਰਾਂ ਕਚਹਿਰੀਆਂ ਦੇ ਵਿੱਚ ਰਿਸ਼ਵਤ ਦੇ ਕੇ ਆਪਣੇ ਕੰਮ ਕਰਵਾਉਣੇ ਪੈਂਦੇ ਨੇ। ਆਮ ਲੋਕਾਂ ਦੀ ਦੇਸ਼ ਦਾ ਸਿਸਟਮ ਕੋਈ ਵੀ ਸੁਣਵਾਈ ਨਹੀਂ ਕਰਦਾ। ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਅੰਦੋਲਨ ਬਾਰੇ ਕਿਹਾ ਕਿ ਅੰਦੋਲਨ ਦੇ ਲਈ ਹਰ ਕਿਸਾਨ ਆਪਣਾ योगदान ते समर्थन दे रहा है। 127वें संविधान सोध दी ਜਿਹੜੇ ਅੱਜ ਚਰਚਾ ਚੱਲ ਰਹੀ ਹੈ ਬਿੱਲ ਤੇ, ਮੈਂ ਇਹਦੇ ਸਮਰਥਨ ਦੇ ਵਿੱਚ ਖੜਾ ਹੋਇਆ। ਜਦੋਂ ਵੀ ਕੋਈ ਇਹੋ ਜਿਹਾ ਬਿੱਲ, ਇਹੋ ਜਿਹਾ ਕਾਨੂੰਨ ਭਾਰਤ ਦੀ ਸਰਕਾਰ ਲੈ ਕੇ ਆਊ ਜਿਹਦੇ ਨਾਲ ਗਰੀਬਾਂ ਦਾ, ਦਬੇ ਕੁਚਲਿਆਂ ਦਾ, ਆਮ ਲੋਕਾਂ ਦਾ ਭਲਾ ਹੁੰਦਾ ਹੋਵੇ, ਆਮ ਆਦਮੀ ਪਾਰਟੀ ਹਮੇਸ਼ਾ ਨਾਲ ਖੜੂਗੀ। ਅਸੀਂ ਸਿਰਫ ਵਿਰੋਧ ਕਰਨ ਵਾਸਤੇ ਵਿਰੋਧ ਨਹੀਂ ਕਰਦੇ। ਜੇ ਕੋਈ ਚੰਗਾ ਕੰਮ ਕਰੂਗੀ ਸਰਕਾਰ ਤਾਂ ਅਸੀਂ ਆਪਣਾ ਪੁਆਇੰਟ ਜ਼ਰੂਰ ਰੱਖਾਂਗੇ। ਮੇਰੇ ਇੱਕ ਦੋ ਪੁਆਇੰਟ ਨੇ। ਸਰ, ਆਜ਼ਾਦੀ ਤਾਂ ਮਿਲ ਗਈ, 15 ਅਗਸਤ ਨੂੰ 74ਵੀਂ ਵਰ੍ਹੇਗੰਢ ਮਨਾਵਾਂਗੇ, ਪਰ ਹਜੇ ਤੱਕ ਸਾਨੂੰ ਮਾਨਸਿਕ ਆਜ਼ਾਦੀ, ਹਜੇ ਤੱਕ ਸਾਡੇ ਲੋਕਾਂ ਨੂੰ ਆਰਥਿਕ ਆਜ਼ਾਦੀ, ਵਿਦਿਅਕ ਆਜ਼ਾਦੀ ਨਹੀਂ ਮਿਲੀ। ਜੇ ਆਜ਼ਾਦੀ ਸੱਚੀ ਮੁੱਚੀ ਮਿਲੀ ਹੁੰਦੀ ਤਾਂ ਸਰਕਾਰੀ ਸਕੂਲਾਂ 'ਚੋਂ ਗਰੀਬਾਂ ਦੇ ਬੱਚੇ ਪੜ੍ਹ ਕੇ DC ਬਣ ਜਾਂਦੇ, ਅਫਸਰ ਲੱਗ ਜਾਂਦੇ। ਜੇ ਆਜ਼ਾਦੀ ਸੱਚੀ ਮੁੱਚੀ ਮਿਲੀ ਹੁੰਦੀ ਤਾਂ ਕੋਰਟਾਂ ਕਚਹਿਰੀਆਂ 'ਚ, ਥਾਣਿਆਂ 'ਚ ਬਿਨਾਂ ਕਰਪਸ਼ਨ ਤੋਂ ਤੇ ਬਿਨਾਂ ਕਿਤੇ ਸਿਫਾਰਸ਼ਾਂ ਤੋਂ ਕੰਮ ਹੁੰਦੇ। ਸਰ, OBC ਦੀ ਜੋ ਗੱਲ ਹੈ, ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ 90% ਪੰਜਾਬ ਦੀ ਜਿਹੜੀ OBC ਸਮਾਜ ਹੈ ਉਹ ਕਿਤੇ ਨਾ ਕਿਤੇ ਖੇਤੀ ਦੇ ਕਿੱਤਿਆਂ ਨਾਲ ਤੇ ਖੇਤੀ ਦੇ ਧੰਦਿਆਂ ਨਾਲ ਜੁੜੀ ਹੋਈ ਹੈ। ਮੈਂ ਐਗਜ਼ਾਮਪਲ ਦੇ ਦਿੰਨਾ, ਬਹੁਤ ਸਾਰੇ ਸਾਡੇ MP ਜਾਣਦੇ ਵੀ ਹੋਣਗੇ, ਨਾਭਾ ਦੇ ਵਿੱਚ ਜਿਹੜੀ ਹੈ ਟਰੈਕਟਰ ਇੰਡਸਟਰੀ ਹੈ, ਕੰਬਾਈਨ ਇੰਡਸਟਰੀ ਹੈ, ਪ੍ਰੀਤ ਟਰੈਕਟਰ ਹੈ, ਦਸ਼ਮੇਸ਼ ਕੰਬਾਈਨ, ਬਲਕਾਰ ਕੰਬਾਈਨ, ਸੋਨਾਲੀਕਾ, ਸਟੈਂਡਰਡ, ਬਹੁਤ ਸਾਰੀ ਰਾਮਗੜੀਆ ਬਰਾਦਰੀ ਜੋ ਹੈ ਉਹ ਐਸੀ ਇੰਨੀ ਕਾਬਿਲ ਹੈ ਕਿ ਉਹ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੂੰ ਕੰਮ ਦਿੰਦੇ ਹੈ। ਪਰ ਸਰ, ਜੇ ਕਿਤੇ ਜਿਸ ਤਰੀਕੇ ਨਾਲ ਉਹ, ਕਿਉਂਕਿ ਖੇਤੀ ਨਾਲ ਜੁੜੇ ਹੋਏ ਹੈ, ਇੱਥੇ ਕੱਲਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨ, ਉਹ 'ਚ ਕੱਲੇ ਕਿਸਾਨ ਨਹੀਂ, ਉਹ 'ਚ ਸਾਰੇ ਵਰਗਾਂ ਦੇ ਲੋਕ ਹੈ। ਜੇ ਖੇਤੀ ਦੇ ਕਾਨੂੰਨ ਲਾਗੂ ਹੋ ਗਏ ਤਾਂ ਸਰ ਉਹ ਵੀ ਵਿੱਚ ਹੀ ਮਾਰੇ ਜਾਣਗੇ। ਇਸ ਕਰਕੇ ਮੈਂ ਕਹਿਣਾ, ਸਪਰੇਅ ਪੱਤਿਆਂ ਤੇ ਕਰ ਰਹੇ ਹੋ, ਸਿਉਂਕ ਜੜਾਂ ਦੇ ਵਿੱਚ ਹੈ। ਖੇਤੀ ਕਾਨੂੰਨ ਵਾਪਸ ਲਓ ਤਾਂ ਅਸਲੀ OBC ਨੂੰ ਖੁਸ਼ੀ ਮਿਲੂਗੀ, ਤਾਂ ਅਸਲੀ ਜਿਹੜੇ ਲੋਕਾਂ ਨੂੰ ਉਹ ਖੁਸ਼ੀ ਮਿਲੂਗੀ ਕਿ ਅਸੀਂ ਜਿਹੜੇ ਧੰਦੇ ਨਾਲ ਜੁੜੇ ਹੋਏ ਹਾਂ ਉਹ ਧੰਦਾ ਖਤਮ ਨਹੀਂ ਹੋ ਰਿਹਾ, ਨਹੀਂ ਤਾਂ ਸਭ ਕੁਝ ਹੀ ਖਤਮ ਹੋ ਜਾਊਗਾ। ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਢੀਂਡਸਾ ਪਰਿਵਾਰ ਦੇ ਮੁੜ ਅਕਾਲੀ ਦਲ ਬਾਦਲ ਵਿੱਚ ਵਾਪਸ ਜਾਣ ਦੀਆਂ ਜਾਂ ਆਪ ਨਾਲ ਗੱਠ ਜੋੜਦੀਆਂ ਚੱਲ ਰਹੀਆਂ ਅਟਕਲਾਂ ਨੂੰ ਪਰਮਿੰਦਰ ਢੀਂਡਸਾ ਨੇ ਵਿਰਾਮ ਲਗਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਤੌਰ ਤੇ ਕਿਹਾ ਕਿ ਢੀਂਡਸਾ ਪਰਿਵਾਰ ਮੁੜ ਕਦੇ ਵੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਨਹੀਂ ਕਰੇਗਾ ਤੇ ਅਕਾਲੀ ਦਲ ਸੰਯੁਕਤ ਦਾ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਪੰਥਕ ਰਾਹਾਂ ਤੇ ਚੱਲ ਰਿਹਾ ਹੈ ਤੇ ਅਕਾਲੀ ਦਲ ਬਾਦਲ ਪੰਥਕ ਰਾਹਾਂ ਤੋਂ ਭਟਕ ਚੁੱਕਿਆ ਹੈ ਅਤੇ ਆਪ ਪਾਰਟੀ ਦੀ ਸੋਚ ਕਦੇ ਵੀ ਪੰਥਕ ਨਹੀਂ ਰਹੀ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਵਿਚਾਰਧਾਰਾ ਪੰਥਕ ਹੈ, ਜਿਸ ਵੀ ਕਿਸੇ ਪਾਰਟੀ ਦਾ ਏਜੰਡਾ ਨਿਰੋਲ ਪੰਥਕ ਹੋਵੇਗਾ। ਅਕਾਲੀ ਦਲ ਸੰਯੁਕਤ ਸਿਰਫ ਉਸੇ ਹੀ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਬਾਰੇ ਸੋਚ ਸਕਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਸੰਯੁਕਤ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜੇਗਾ। ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਰਗ, ਕਿਸਾਨ, ਮੁਲਾਜ਼ਮ ਵਰਗ, ਵਪਾਰੀ ਵਰਗ ਤੇ ਸਪੋਰਟਸਮੈਨ ਸਮੇਤ ਹੋਰ ਵਰਗਾਂ ਨੂੰ ਖੁਸ਼ ਕਰਨ 'ਚ ਨਾਕਾਮਯਾਬ ਰਹੀ, ਜਿਸ ਕਾਰਨ ਸਾਰੇ ਵਰਗ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਨੇ। ਢੀਂਡਸਾ ਨੇ ਅਕਾਲੀ ਦਲ ਬਾਦਲ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ 13 ਨੁਕਾਤੀ ਪ੍ਰੋਗਰਾਮ 'ਚ ਨਾ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ, ਨਾ ਹੀ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ, ਨਾ ਸੂਬੇ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੈ, ਨਾ ਹੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ ਤੇ ਨਾ ਹੀ ਪੰਜਾਬ ਦੇ ਪੰਥਕ ਮੁੱਦਿਆਂ ਦੀ ਕੋਈ ਗੱਲ ਹੈ। ਤਾਂ ਫਿਰ ਦੱਸੋ, ਇਹ ਸਾਰੇ ਪੁਰਾਣੇ ਮੁੱਦੇ ਛੱਡ ਕੇ ਇਹ ਪੁਰਾਣਾ ਅਕਾਲੀ ਦਲ ਕਿੱਥੇ ਰਹਿ ਗਿਆ? ਇਸ ਮੌਕੇ ਤੇ ਉਹਨਾਂ ਨਾਲ ਸੂਬਾ ਤੇ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸੁਖਵੰਤ ਸਿੰਘ ਢਿੱਲੋਂ ਵੀ ਮੌਜੂਦ ਸਨ।
ਪੰਜਾਬ ਸਰਕਾਰ ਦੇ ਵਿਧਾਇਕ ਤੇ ਮੰਤਰੀ ਸੁਰੱਖਿਆ, ਕਾਨੂੰਨ ਵਿਵਸਥਾ ਤੇ ਬਿਜਲੀ ਦੇ ਮੁੱਦੇ ਤੇ ਕਾਫੀ ਨਾਖੁਸ਼ ਨੇ। ਉਹ ਮੰਨਦੇ ਹਨ ਕਿ ਸਰਹੱਦ ਤੇ RDX ਦੇ ਹਥਿਆਰ ਮਿਲਣੇ ਅਤੇ ਸੂਬੇ 'ਚ ਵੱਧ ਰਹੀ ਗੈਂਗਵਾਰ ਨਾਲ ਸ਼ਹਿਰੀ ਲੋਕਾਂ 'ਚ ਦਹਿਸ਼ਤ ਵਧਦੀ ਜਾ ਰਹੀ ਹੈ। ਪਾਰਟੀ ਨੂੰ ਚੋਣਾਂ ਜਿਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਮੁੱਦਾ ਸ਼ੁੱਕਰਵਾਰ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੁਲਾਈ ਗਈ ਸ਼ਹਿਰੀ ਖੇਤਰ ਦੇ ਵਿਧਾਇਕਾਂ ਦੀ ਬੈਠਕ ਦੌਰਾਨ ਗਰਮ ਰਿਹਾ। ਇਸ ਬੈਠਕ ਵਿੱਚ 3 ਮੰਤਰੀਆਂ ਸਮੇਤ ਕਰੀਬ 1 ਦਰਜਨ ਵਿਧਾਇਕ ਹੀ ਸ਼ਾਮਲ ਹੋਏ। ਬੈਠਕ ਵਿੱਚ ਇੱਕ ਮੰਤਰੀ ਨੇ ਮੁੱਦਾ ਉਠਾਇਆ ਕਿ ਸਰਹੱਦ ਤੇ RDX ਹਥਿਆਰ ਫੜੇ ਜਾਣ ਤੇ ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਗੋਲੀਆਂ ਚੱਲਣ ਦੀਆਂ ਘਟਨਾਵਾਂ ਕਾਰਨ ਆਮ ਲੋਕ ਤੇ ਵਪਾਰੀ ਵਰਗ ਕਾਫੀ ਚਿੰਤਿਤ ਹੈ। ਉਹਨਾਂ ਅੰਦਰ ਡਰ ਹੈ, ਮਾਹੌਲ ਹੈ। ਉਹਨਾਂ ਨੇ ਯਾਦ ਦਿਵਾਇਆ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਅਕਾਲੀ ਨੇਤਾ ਨੇ ASI ਦਾ ਕਤਲ ਕਰਕੇ ਉਸ ਦੀ ਲਾਸ਼ ਤੇ ਪੈਰ ਰੱਖ ਕੇ ਯੂਥ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ, ਜਿਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪਿਆ ਸੀ। ਇਸੇ ਤਰ੍ਹਾਂ 2017 ਵਿੱਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਗਾ ਦੇ ਇੱਕ ਅੱਤਵਾਦੀ ਦੇ ਘਰ ਵਿਖੇ ਰੁਕੇ ਸਨ, ਜਿਸ ਕਾਰਨ ਸ਼ਹਿਰੀ ਲੋਕਾਂ 'ਚ ਕਾਫੀ ਰੋਸ ਪੈਦਾ ਹੋ ਗਿਆ ਸੀ। ਇਨੀ ਦਿਨੀ ਜਿਸ ਤਰ੍ਹਾਂ ਗੈਂਗਵਾਰ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਉਸ ਨਾਲ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ। ਇਹ ਦੇਖੋ ਜਿਹੜੀਆਂ ਡਿਸਕਸ਼ਨਸ ਹੈਗੀਆਂ ਉਹ ਸ਼ਹਿਰ ਦੇ ਰਿਲੇਟਡ ਹੈਗੀਆਂ। ਅਰਬਨ MLAs ਬੁਲਾਏ ਹੈਗੇ ਆ, ਉਹਨਾਂ ਕੋਲੋਂ ਬੇਸਿਕਲੀ ਤਾਂ ਫੀਡਬੈਕ ਹੀ ਹੈ ਕਿ ਤੁਹਾਡਾ ਫੀਡਬੈਕ ਕੀ ਹੈਗਾ, ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਇੰਪਰੂਵਮੈਂਟ ਲਈ ਹੋਰ ਕੀ ਹੋਣਾ ਚਾਹੀਦਾ। ਜਲੰਧਰ 'ਚ ਕੀ ਲੋੜ ਹੈ ਸਰ ਇੰਪਰੂਵਮੈਂਟ ਦੀ? ਜਲੰਧਰ ਸਾਡੇ ਕਾਰਪੋਰੇਸ਼ਨ ਦੀ ਇੰਪਰੂਵਮੈਂਟ ਦੀ ਜ਼ਰੂਰਤ ਹੈਗੀ ਆ। ਬਿਜਲੀ ਵਾਲਾ ਇਸ਼ੂ ਡੈਫੀਨੇਟਲੀ ਹੈਗਾ ਆ। ਸੋ ਇਹ 2 ਚੀਜ਼ਾਂ ਤਾਂ ਸਾਡੇ ਜ਼ਰੂਰ ਜਲੰਧਰ ਦੀਆਂ ਹੈਗੀਆਂ। प्रगट सिंह जी, एक दूसरी जो खबर आ रही है कि कैबिनेट एक्सपेंशन की भी बात जो है वो लगातार चल रही है, तो यार उस पर मैं तो कमेंट नहीं कर सकता क्योंकि मैं तो सिंपली MLA हूँ। आप तो मेरे दायरे में रह के मेरी बात पूछ लीजिए भी क्या मैं कर सकता हूँ। तो आज क्या चीफ मिनिस्टर को भी इस मीटिंग के लिए बुलाया गया था, क्योंकि वो भी MLA है, पटियाला से नगर निगम है? नहीं, देखो पार्टी का डेकोरम है, मेरा ख्याल है कि हर को फॉलो करना चाहिए। ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਗੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਡਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ। ਚਿੱਠੀ ਦੇ ਨਾਲ ਹੀ 2017 ਮੌਕੇ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਵੀ ਨੱਥੀ ਕੀਤਾ ਅਤੇ ਦੱਸਿਆ ਗਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੀ ਅਧਿਕਾਰਤ ਵੈਬਸਾਈਟ ਤੋਂ ਹਟਾ ਦਿੱਤਾ। ਆਪ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿੱਤੀਆਂ ਨੇ। ਰਾਘਵ ਚੱਡਾ ਨੇ ਨਵਜੋਤ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਕੁਰਸੀ ਅਤੇ ਸੱਤਾ ਲਈ ਲੜੀ ਲੰਬੀ ਲੜਾਈ ਤੋਂ ਬਾਅਦ ਮਿਲੀ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਾਈ ਕਮਾਂਡ ਦਾ ਸਾਥ ਤੁਹਾਡੇ ਨਾਲ ਹੈ, ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਸਮਰਥਨ ਤੁਹਾਡੇ ਨਾਲ ਹੈ। ਇਸ ਲਈ ਕਾਂਗਰਸ ਦੇ 2017 ਦੇ 129 ਪੰਨਿਆਂ ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਸਿੱਧੂ ਸਾਹਿਬ ਤੁਹਾਡੀ ਹੈ। ਰਾਘਵ ਚੱਡਾ ਨੇ ਨਵਜੋਤ ਸਿੱਧੂ ਨੂੰ ਵਰਸਦਿਆਂ ਕਿਹਾ ਕਿ ਉਹ ਇਹ ਕਹਿ ਕੇ ਲੋਕਾਂ ਨੂੰ ਦੁਬਾਰਾ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ। ਚੱਡਾ ਨੇ ਤੰਜ ਕੱਸਦਿਆਂ ਕਿਹਾ ਕਿ ਸਿੱਧੂ ਸਾਹਿਬ ਮੌਜੂਦਾ ਸਰਕਾਰ ਤੁਹਾਡੀ ਕਾਂਗਰਸ ਦੀ ਸਰਕਾਰ ਹੈ ਅਤੇ ਤੁਹਾਡੇ ਕੋਲ ਵਾਅਦੇ ਪੂਰੇ ਕਰਨ ਲਈ ਸਿਰਫ 6 ਮਹੀਨੇ ਬਚੇ ਹਨ। ਚੱਡਾ ਨੇ ਨਵਜੋਤ ਸਿੱਧੂ ਨੂੰ ਯਾਦ ਕਰਾਉਂਦਿਆਂ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਵੱਡੇ-ਵੱਡੇ ਵਾਅਦੇ ਕੀਤੇ। ਉਸੇ ਕਾਂਗਰਸ ਪਾਰਟੀ ਦੇ ਸਿੱਧੂ ਸਟਾਰ ਪ੍ਰਚਾਰਕ ਸਨ ਅਤੇ ਉਹਨਾਂ ਨੇ ਹੀ ਕਾਂਗਰਸ ਪਾਰਟੀ ਦੇ ਵਾਅਦਿਆਂ ਨੂੰ ਘਰ-ਘਰ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕੀਤਾ ਸੀ। ਸਗੋਂ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਕੈਬਨਿਟ ਮੰਤਰੀ ਵੀ ਰਹੇ, ਪਰ ਅਫਸੋਸ ਕਾਂਗਰਸ ਸਰਕਾਰ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਰਾਘਵ ਚੱਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 4.5 ਸਾਲਾਂ ਦੌਰਾਨ ਨਾ ਨਸ਼ੇ ਦੇ ਮਗਰਮੱਛ ਜੇਲ੍ਹ ਗਏ, ਨਾ ਬੇਅਦਬੀ ਦਾ ਇਨਸਾਫ ਮਿਲਿਆ, ਨਾ ਮਾਫੀਆ ਰਾਜ ਖਤਮ ਹੋਇਆ ਅਤੇ ਨਾ ही मुलाजमा ਦੇ मामले हल हुए। आम आदमी पार्टी पंजाब की ओर से सभी साथियों की ओर से सबसे पहले तो सरदार नवजोत सिंह सिद्धू साहब को एक लंबी सत्ता की लड़ाई, कुर्सी की लड़ाई, सत्ता के लिए संघर्ष में जीत हासिल करने के लिए, विजय की प्राप्ति करने के लिए बधाई देता हूं कि उन्होंने बड़े समय तक अपनी पार्टी के अंदर कुर्सी की लड़ाई लड़ी और वो अंततः इन दी एंड जीते और उन्हें कांग्रेस पार्टी की चेयरमैनी प्रधानगी उन्हें मिली। मैं इस मौके पे सिद्धू साहब को एक चिट्ठी के माध्यम से एक पत्र लिख रहा हूं, एक लेटर लिख रहा हूं और इस लेटर में उन्हें याद करा रहा हूं कि सिद्धू साहब
2017 के चुनाव में कांग्रेस ने ये 129 पेज का मैनिफेस्टो जारी किया था। 129 pages long manifesto was released by the Congress party। और इस मैनिफेस्टो में जितने भी वादे किए गए थे, प्रॉमिसेस किए गए थे, ये सारे प्रॉमिसेस पंजाब के घर घर तक, पंजाब के एक एक परिवार तक पहुंचाने की रिस्पॉन्सिबिलिटी और जिम्मेदारी कांग्रेस ने अपने सबसे बढ़िया बुलारा, बढ़िया स्पीकर, फायरी स्टार कैंपेनर नवजोत सिंह सिद्धू को दी कि नवजोत सिंह सिद्धू साहब, आप कांग्रेस हाई कमांड के, कांग्रेस पार्टी के ये सारे मैनिफेस्टो के प्रॉमिसेस को घर घर पहुंचाओगे। ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਸੋਸ਼ਲ ਮੀਡੀਆ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦਾ ਮੁੱਦਾ ਉਠਾਉਣ ਦਾ ਦਾਅਵਾ ਕੀਤਾ ਸੀ, ਜਿਸ ਤੋਂ ਇੱਕ ਦਿਨ ਬਾਅਦ ਹੀ ਗ੍ਰਹਿ ਵਿਭਾਗ ਵੱਲੋਂ ਟਵੀਟ ਕਰਕੇ ਸੁਖਬੀਰ ਬਾਦਲ ਤੇ ਝੂਠ ਬੋਲਣ ਦੀ ਗੱਲ ਆਖੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਰੂਪ ਵਿੱਚ ਜ਼ਿੰਮੇਵਾਰੀ ਲੈਣ ਦਾ ਕੋਈ ਪ੍ਰਸਤਾਵ ਉਸ ਦੇ ਸਾਹਮਣੇ ਨਹੀਂ ਹੈ। ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਦਾਅਵੇ ਨੂੰ ਵੀ ਖਾਰਿਜ ਕਰ ਦਿੱਤਾ ਕਿ ਉਹਨਾਂ ਨੇ ਇਸ ਵਿਸ਼ੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉਠਾਇਆ ਸੀ। ਮੰਤਰਾਲੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲੈ ਕੇ ਬਾਦਲ ਦੀਆਂ ਆਸ਼ੰਕਾਵਾਂ ਨੂੰ ਬੇਬੁਨਿਆਦ ਦੱਸਿਆ। ਸੁਖਬੀਰ ਬਾਦਲ ਦੇ ਝੂਠ ਬੋਲਣ ਨੂੰ ਲੈ ਕੇ ਗ੍ਰਹਿ ਵਿਭਾਗ ਵੱਲੋਂ ਅੰਗਰੇਜ਼ੀ ਦੇ ਨਾਲ ਪੰਜਾਬੀ 'ਚ ਵੀ ਟਵੀਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸੁਖਬੀਰ ਬਾਦਲ ਵੱਲੋਂ ਇੱਕ ਪੋਸਟ ਪਾ ਕੇ ਲਿਖਿਆ ਗਿਆ ਸੀ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਉਹ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਹਟਾਉਣ ਅਤੇ ਯੂਟੀ ਲਈ ਅਲੱਗ ਤੋਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫੈਸਲੇ ਦੀ ਤੁਰੰਤ ਸਮੀਖਿਆ ਕਰਨ। ਗ੍ਰਹਿ ਮੰਤਰੀ ਜੀ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਲਈ ਪੰਜਾਬ ਤੋਂ ਬਾਹਰ ਦਾ ਪੂਰਨ ਪ੍ਰਸ਼ਾਸਕ ਲਗਾਉਣ ਦਾ ਕੋਈ ਕਾਰਨ ਹੀ ਨਹੀਂ ਬਣਦਾ। ਜਦੋਂ ਤੱਕ ਚੰਡੀਗੜ੍ਹ ਪੰਜਾਬ ਨੂੰ ਨਹੀਂ ਸੌਂਪਿਆ ਜਾਂਦਾ, ਤਦ ਤੱਕ ਸੂਬੇ 'ਚ ਕਿਸੇ ਅਧਿਕਾਰੀ ਨੂੰ ਪ੍ਰਸ਼ਾਸਕ ਨਿਯੁਕਤ ਕਰਨਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਪੰਜਾਬ 'ਚ ਤਬਦੀਲ ਕਰ ਦੇਣਾ ਚਾਹੀਦਾ ਹੈ। ਸੀਨੀਅਰ ਵਕੀਲ SS ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ। ਫੂਲਕਾ ਵੱਲੋਂ ਲਿਖੀ ਚਿੱਠੀ ਵਿੱਚ ਉਹਨਾਂ ਨੇ ਕਿਹਾ ਕਿ ਕਾਨਪੁਰ ਦੇ ਵਿੱਚ ਇੱਕ ਘਰ ਜਿੱਥੇ ਕਿ 2 ਸਿੱਖ ਤੇਜ ਪ੍ਰਤਾਪ ਸਿੰਘ ਤੇ ਉਹਨਾਂ ਦੇ 22 ਸਾਲਾਂ ਦੇ ਪੁੱਤਰ ਨੂੰ ਇੱਕ ਭੀੜ ਨੇ 1 ਨਵੰਬਰ 1984 ਨੂੰ ਜਿੰਦਾ ਜਲਾ ਦਿੱਤਾ ਸੀ ਅਤੇ ਉਸ ਘਰ ਨੂੰ ਪਿਛਲੇ 36 ਸਾਲ ਤੱਕ ਤਾਲਾ ਲਗਾ ਕੇ ਉਸੇ ਤਰ੍ਹਾਂ ਹੀ ਰੱਖਿਆ ਗਿਆ। ਇਹਨਾਂ ਦੇ ਘਰ ਵਾਲਿਆਂ ਨੂੰ ਇਸ ਘਰ ਨੂੰ 36 ਸਾਲਾਂ ਤੋਂ ਇਸ ਨੂੰ ਬਿਲਕੁਲ ਉਸੇ ਹਾਲਤ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਹੁਣ ਉਹ ਘਰ ਇਸ ਕੇਸ ਵਿੱਚ ਨਵੀਂ ਬਣਾਈ ਸਿੱਟ ਨੇ ਖੋਲ ਕੇ ਸਬੂਤ ਕੀਤੇ ਨੇ ਇਕੱਠੇ। ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਕੋਲੋਂ ਮੰਗ ਕੀਤੀ ਸੀ ਕਿ ਇਸ ਘਰ ਨੂੰ SGPC ਖਰੀਦੇ ਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ, ਜਿਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ ਉਹਨਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਹ ਸ਼ਾਇਦ ਪੂਰੇ ਭਾਰਤ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਸਭ ਪਹਿਲੇ ਦਿਨ ਦੀ ਤਰ੍ਹਾਂ ਜਲੇ ਹੋਏ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਇਸ ਨੂੰ 1984 ਦੇ ਕਤਲੇਆਮ ਦੀ ਯਾਦਗਾਰ ਦੇ ਵਜੋਂ ਬਣਾਇਆ ਜਾਵੇ। SGPC ਤੁਰੰਤ ਆਪਣੀ ਟੀਮ ਕਾਨਪੁਰ ਭੇਜੇ ਤਾਂ ਜੋ ਟੀਮ ਸਰਕਾਰ ਨਾਲ ਮਿਲ ਕੇ ਇਸ ਨੂੰ ਖਰੀਦੇ ਤੇ ਇੱਥੇ ਯਾਦਗਾਰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਸਕੇ। ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਕਾਨਪੁਰ ਵਾਲਾ ਘਰ ਜਿਹਦੇ ਵਿੱਚ 2 ਪਿਓ ਪੁੱਤ ਨੂੰ ਮਾਰਿਆ ਸੀ ਤੇ ਹੁਣ SIT ਨੇ ਉਹ ਘਰ ਨੂੰ ਖੋਲ ਕੇ ਉਦੋਂ ਦਾ 36 ਸਾਲ ਤੋਂ ਉਸੇ ਤਰ੍ਹਾਂ ਉਹ ਘਰ ਨੂੰ ਪ੍ਰਜ਼ਰਵ ਕੀਤਾ ਜਾਵੇ ਤੇ ਉਸ ਘਰ ਨੂੰ SGPC ਖਰੀਦ ਕੇ ਉੱਥੇ ਇੱਕ ਮੈਮੋਰੀਅਲ ਕਮ ਮਿਊਜ਼ੀਅਮ ਬਣਾਇਆ ਜਾਵੇ, ਇੱਕ ਯਾਦਗਾਰ ਉਸ ਨੂੰ ਬਣਾਇਆ ਜਾਵੇ। ਮੈਂ ਜਿਵੇਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀ, ਕੱਲ੍ਹ ਵੀ ਅਖਬਾਰਾਂ 'ਚ ਆਇਆ, ਅੱਜ ਦੇ ਵੀ ਟਾਈਮਜ਼ ਆਫ ਇੰਡੀਆ ਦੇ ਨੈਸ਼ਨਲ ਲੈਵਲ ਦੇ ਉੱਤੇ ਖਬਰ ਆਈ ਆ ਕਿ ਇੱਕ ਕਾਨਪੁਰ ਦੇ ਵਿੱਚ ਇੱਕ ਘਰ ਜਿਹਦੇ 'ਚ ਕਿ ਪਿਓ ਪੁੱਤ ਤੇਜ ਪ੍ਰਤਾਪ ਸਿੰਘ ਤੇ ਉਹਦੇ ਪੁੱਤ ਨੂੰ ਮਾਰ ਕੇ ਜਲਾ ਦਿੱਤਾ ਸੀ, ਉਸ ਘਰ ਨੂੰ 36 ਸਾਲ ਤੋਂ ਉਸੇ ਤਰ੍ਹਾਂ ਉਸੇ ਹਾਲਤ ਦੇ ਵਿੱਚ ਪ੍ਰਜ਼ਰਵ ਕਰਕੇ ਰੱਖਿਆ ਵਾ। ਇਹ ਜਦੋਂ SIT ਬਣੀ 2018 'ਚ, ਇਹ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ, SIT ਬਣਾਈ ਸੀ ਦਿੱਲੀ ਵਾਸਤੇ ਤੇ ਕਾਨਪੁਰ ਸਰਕਾਰ ਨੂੰ ਨੋਟਿਸ ਇਸ਼ੂ ਕੀਤਾ ਸੀ, UP ਸਰਕਾਰ ਨੂੰ ਨੋਟਿਸ ਇਸ਼ੂ ਕੀਤਾ ਸੀ UP 'ਚ SIT ਬਣਾਉਣ ਬਾਰੇ। 2019 ਫਰਵਰੀ ਦੇ ਵਿੱਚ UP ਨੇ SIT ਬਣਾਈ ਤੇ SIT ਨੇ ਇਹ ਕੇਸ ਦੂਜੀ ਵਾਰੀ ਹੁਣ ਰੀਓਪਨ ਕੀਤੇ ਆ, ਖੁੱਲੇ ਆ ਇਹ ਕੇਸ ਜੋ ਕਾਨਪੁਰ ਤੇ ਉਹਦੀ ਹੁਣ ਇਹਨਾਂ ਨੇ ਇਨਵੈਸਟੀਗੇਸ਼ਨ ਕਰਦੇ ਉਸ ਘਰ ਤੱਕ ਪਹੁੰਚੇ ਆ
ਤੇ ਇਹ ਘਰ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੇ ਤੇਜ ਪ੍ਰਤਾਪ ਸਿੰਘ ਤੇ ਉਹਦੇ ਬੇਟੇ ਦੇ ਸੜੇ ਹੋਏ ਪਿੰਜਰ ਦੇ ਪਾਰਟ ਮਿਲੇ ਆ, ਖੂਨ ਦੇ ਧੱਬੇ ਮਿਲੇ ਆ, ਜਲੀਆਂ ਹੋਈਆਂ ਸਾਰੀਆਂ ਚੀਜ਼ਾਂ ਮਿਲੀਆਂ, ਉਸੇ ਤਰ੍ਹਾਂ ਰੱਖਿਆ ਵਾ ਅਜੇ। ਦੇਸ਼ ਨੂੰ ਕਰੀਬ 74 ਵਰੇ ਪੂਰੇ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ BSF ਅਤੇ ਸਮਾਜ ਸੇਵੀ ਸੰਸਥਾ ਵੱਲੋਂ ਆਜ਼ਾਦੀ ਪੂਰਬ ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ, ਜਿਸ ਦੇ ਤਹਿਤ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ਤੇ ਇੱਕ ਮੈਰਾਥਨ ਦਾ ਆਯੋਜਨ ਕੀਤਾ ਗਿਆ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਦੀ ਸ਼ੁਰੂਆਤ ਆਨਲਾਈਨ ਕਰਵਾਈ ਗਈ। ਉੱਥੇ ਹੀ ਉਹਨਾਂ ਨੂੰ ਸਹੁੰ ਤੱਕ ਖਵਾਈ ਗਈ ਅਤੇ ਬਾਰਡਰ ਤੇ ਲੰਬੇ ਸਮੇਂ ਬਾਅਦ ਭੀੜ ਵੇਖਣ ਨੂੰ ਮਿਲੀ। ਉੱਥੇ ਹੀ BSF ਅਧਿਕਾਰੀਆਂ ਵੱਲੋਂ ਦੇਸ਼ ਅਤੇ ਦੇਸ਼ ਦੀ ਕਾਮਨਾ ਲਈ ਅਰਦਾਸ ਵੀ ਕੀਤੀ ਗਈ। ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੇਸ਼ ਭਰ ਵਿੱਚ ਇੰਡੀਆ ਫਰੀडम ਰਨ 2.0 ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤਹਿਤ ਦੇਸ਼ ਭਰ ਵਿੱਚ ਜਵਾਨ ਦੌੜ ਲਗਾ ਰਹੇ ਨੇ। ਇਸ ਪ੍ਰੋਗਰਾਮ ਵਿੱਚ BSF, CISF, CRPF, ਰੇਲਵੇ, NYKS, ITBP, NSG, SSB ਵਰਗੀਆਂ ਸੰਸਥਾਵਾਂ ਦੇ ਮੈਂਬਰ ਹਿੱਸਾ ਲੈ ਰਹੇ ਨੇ। ਸੁਰੱਖਿਆ ਬਲ ਦੇ ਜਵਾਨ ਦੌੜ ਵਿੱਚ ਹਿੱਸਾ ਲੈ ਰਹੇ ਨੇ। ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੇਸ਼ ਭਰ ਵਿੱਚ ਇੰਡੀਆ ਫਰੀडम ਰਨ 2.0 ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤਹਿਤ ਦੇਸ਼ ਭਰ ਵਿੱਚ ਜਵਾਨ ਦੌੜ ਲਗਾ ਰਹੇ ਨੇ। आज फिट इंडिया मूवमेंट के तहत हमने JCB अटारी से, जो कि देश की एक आइकॉनिक बिल्डिंग है, यहाँ से हमने फिट इंडिया मूवमेंट का जो प्रधानमंत्री साहब ने लॉन्च की है उसके साथ में हमने यहाँ से मैराथन लॉन्च किया एक अपना। और हमारा जो एम है कि हम फिटनेस का संदेश जो आसपास के इलाके हैं वहाँ पर फैलाएं और लोग जो है फिटनेस के प्रति जागरूक हों। और जो इस फिट इंडिया मूवमेंट का मोटो है फिटनेस की डेली रोज़ आधा घंटा रोज़, ये इसको हम जो है यहाँ के पब्लिक में फैलाएंगे और लोगों को फिटनेस की तरफ लेके आएंगे। ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਆਮਦ ਮੌਕੇ ਨ੍ਰਿਤ ਕਰਵਾਉਣ ਅਤੇ ਮੁੱਖ ਮੰਤਰੀ ਨੂੰ ਚਾਂਦੀ ਦਾ ਮੁਕਟ ਪਹਿਨਾਉਣ ਦੇ ਮਾਮਲੇ ਵਿੱਚ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਵਾਲੇ ਬਾਬੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ। ਦੁਪਹਿਰ ਕਰੀਬ 3 ਵਜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਅਤੇ ਪੰਜ ਪਿਆਰਿਆਂ ਨੇ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਆਪਣਾ ਪੱਖ ਰੱਖਣ ਦਾ ਆਦੇਸ਼ ਸੁਣਾਇਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਧੰਨਾ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੇ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਆਪਣੀ ਭੁੱਲ ਸਵੀਕਾਰ ਕੀਤੀ। ਜਿਵੇਂ ਹੀ ਜਥੇਦਾਰ ਰਘਬੀਰ ਸਿੰਘ ਨੇ ਦੇਖਿਆ ਕਿ ਜਸਵਿੰਦਰ ਸਿੰਘ ਗਿੱਲ ਨੇ ਦਹਾੜੀ ਰੰਗੀ ਹੋਈ ਹੈ ਤਾਂ ਉਹਨਾਂ ਨੇ ਜਸਵਿੰਦਰ ਸਿੰਘ ਨੂੰ ਲਾਂਬੇ ਹੋ ਕੇ ਖੜਾ ਹੋਣ ਦਾ ਆਦੇਸ਼ ਦਿੱਤਾ ਹੈ। ਸੁਣ ਕੇ ਜਸਵਿੰਦਰ ਸਿੰਘ ਦਾ ਗੁੱਸਾ 7ਵੇਂ ਆਸਮਾਨ ਤੇ ਸੀ। ਬਾਕੀ 3 ਵਿਅਕਤੀ ਸੰਗਤ ਵਿੱਚ ਖੜੇ ਰਹੇ ਪਰ ਜਸਵਿੰਦਰ ਸਿੰਘ ਪਾਸੇ ਖੜੇ ਰਹੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 3 ਵਿਅਕਤੀਆਂ ਪ੍ਰਧਾਨ ਸੇਵਾ ਸਿੰਘ, ਜਨਰਲ ਸਕੱਤਰ ਧੰਨਾ ਸਿੰਘ ਅਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੂੰ 15 ਦਿਨ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਹੁੰਦੀ ਕਥਾ ਸੁਣਨ, ਗੁਰੂ ਘਰ ਵਿੱਚ ਝਾੜੂ ਮਾਰਨ, ਜੋੜੇ ਸਾਫ਼ ਕਰਨ ਤੇ ਲੰਗਰ ਵਿੱਚ ਬਰਤਨ ਸਾਫ਼ ਕਰਨ ਦੇ ਨਾਲ-ਨਾਲ ਆਪਣੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਆਦੇਸ਼ ਦਿੱਤਾ। ਸੇਵਾ ਤੋਂ ਬਾਅਦ ਸਾਰੇ ਵਿਅਕਤੀਆਂ ਨੂੰ 2100 ਰੁਪਏ ਦੀ ਦੇਗ ਅਤੇ 2100 ਰੁਪਏ ਗੁਰੂ ਦੀ ਗੋਲਕ ਵਿੱਚ ਪਾਉਣ ਦਾ ਆਦੇਸ਼ ਦਿੱਤਾ। ਤਿੰਨਾਂ ਅਹੁਦੇਦਾਰਾਂ ਨੂੰ ਸੇਵਾ ਲਗਾਉਣ ਤੋਂ ਬਾਅਦ ਜਿਵੇਂ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੂੰ ਦਾੜੀ ਰੰਗੀ ਹੋਣ ਤੇ ਸੇਵਾ ਲਗਾਉਂਦਿਆਂ 1 ਹਫ਼ਤੇ ਦੇ ਅੰਦਰ ਪੰਜ ਪਿਆਰੇ ਸਿੰਘਾਂ ਕੋਲ ਪੇਸ਼ ਹੋਣ ਲਈ ਕਿਹਾ। ਇਹ ਸੁਣਦੇ ਸਾਰ ਹੀ ਜਸਵਿੰਦਰ ਸਿੰਘ ਗਿੱਲ ਆਪੇ ਤੋਂ ਬਾਹਰ ਹੋ ਗਏ ਅਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਜਥੇਦਾਰ ਨੂੰ ਆਪਣੀ ਗੱਲ ਸੁਣਨ ਲਈ ਬੁਲੰਦ ਆਵਾਜ਼ 'ਚ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਜਥੇਦਾਰ ਨੇ ਜਸਵਿੰਦਰ ਸਿੰਘ ਦੀ ਗੱਲ ਨਾ ਸੁਣੀ ਤਾਂ ਗੁੱਸੇ ਵਿੱਚ ਭਰੇ ਜਸਵਿੰਦਰ ਸਿੰਘ ਗਿੱਲ ਨੇ ਖੁਦ ਦੀਆਂ ਕੁਰਬਾਨੀਆਂ ਦੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ। ਉਕਤ ਨੇ ਕਿਹਾ ਕਿ ਜਦ ਸਾਡੀ ਸੁਣਵਾਈ ਹੀ ਨਹੀਂ ਫਿਰ ਅਸੀਂ ਪੇਸ਼ ਕਿਉਂ ਹੋਈਏ। ਜਥੇਦਾਰਾਂ ਨੇ ਇਸ ਗੁਸਤਾਖੀ ਬਦਲੇ ਜਸਵਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਉੱਤਰਾਖੰਡ ਦੀਆਂ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਉਹ ਜਸਵਿੰਦਰ ਸਿੰਘ ਨੂੰ ਮੂੰਹ ਨਾ ਲਾਉਣ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੁੜ ਬੈਠੇ ਗੁਰੂ ਸਵਾਰਿਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸੰਸਾਰ ਵਿੱਚ ਫੈਲਿਆ ਹੋਇਆ ਔਰ ਸਮੁੱਚੇ ਹੀ ਸੰਸਾਰ ਵਿੱਚ ਧਰਮ ਪ੍ਰਚਾਰ ਦੇ ਕੇਂਦਰ ਗੁਰਦੁਆਰੇ ਸਾਹਿਬਾਨ ਸਤਿਗੁਰਾਂ ਦੀ ਪਾਵਨ ਇਤਿਹਾਸਕ ਯਾਦ ਵਿੱਚ ਸੁਭਾਇਮਾਨ ਨੇ ਔਰ ਹਰ ਥਾਂ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ ਔਰ ਸਮੁੱਚੇ ਗੁਰਧਾਮਾਂ ਦਾ
ਅਸਥਾਨਾਂ ਦਾ ਉਦੇਸ਼ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਔਰ ਪੰਥ ਕਰੋਹਰੀ ਰਵਾਇਤਾਂ ਪਰੰਪਰਾਵਾਂ ਮਰਿਆਦਾਵਾਂ ਦੀ ਰਾਖੀ ਕਰਨਾ ਪੰਥ ਦਾ ਪ੍ਰਚਾਰ ਪ੍ਰਸਾਰ ਕਰਨਾ। ਪਰ ਸਮੇਂ-ਸਮੇਂ ਕਈ ਥਾਵਾਂ ਤੇ ਮਰਿਆਦਾ ਵਿੱਚ ਉਲੰਘਣਾ ਹੋ ਜਾਂਦੀਆਂ, ਜਿਵੇਂ ਕਿ ਪਿਛਲੇ ਦਿਨੀ ਉੱਤਰਾਖੰਡ ਦੇ ਇਤਿਹਾਸਕ ਸਥਾਨ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਵਿਖੇ ਮਰਿਆਦਾਵਾਂ ਦੀ ਘੋਰ ਉਲੰਘਣਾ ਹੋਈ ਔਰ ਉੱਥੋਂ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਔਰ ਅੱਜ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ 5 ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਗਈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਖਜਿੰਦਰ ਸਿੰਘ ਲੰਗਾ, ਜੋ ਕਿ ਅਕਾਲੀ ਦਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਦੇ ਸੁਪੁੱਤਰ ਹਨ, ਉਹਨਾਂ ਦੇ ਵੱਲੋਂ ਕੀਤੀ ਗਈ ਚੁਣਾਵੀ ਰੈਲੀ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਇਸ ਰੈਲੀ ਵਿੱਚ ਨਾ ਆ ਕੇ ਆਪਣੇ ਘਰ ਵਿੱਚ ਇਕੱਲੇ ਹੀ ਬੈਠੇ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਸੋਨੂ ਲੰਗਾ ਨੇ ਕਿਹਾ ਕਿ ਮੇਰੇ ਪਿਤਾ ਸੁੱਚਾ ਸਿੰਘ ਲੰਗਾ ਇਸ ਰੈਲੀ ਵਿੱਚ ਨਹੀਂ ਆਏ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਅਜੇ ਤੱਕ ਉਹਨਾਂ ਨੂੰ ਮੁਆਫ ਕਰਕੇ ਪੰਥ ਵਿੱਚ ਵਾਪਸ ਸ਼ਾਮਲ ਨਹੀਂ ਕੀਤਾ ਗਿਆ ਅਤੇ ਜਿੰਨੀ ਦੇਰ ਤੱਕ ਉਹ ਪੰਥ ਵਿੱਚ ਸ਼ਾਮਲ ਨਹੀਂ ਹੁੰਦੇ ਤਦ ਤੱਕ ਉਹ ਇਹਨਾਂ ਰੈਲੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਸੰਬੰਧ ਵਿੱਚ ਪੰਥ ਵਿੱਚੋਂ ਛੇਕੇ ਗਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਕਰੀਬ 4 ਮਹੀਨਿਆਂ ਤੋਂ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਰਿਹਾ ਹਾਂ ਕਿ ਮੇਰੀ ਗਲਤੀ ਨੂੰ ਬਖਸ਼ਿਆ ਜਾਵੇ। ਉਹਨਾਂ ਨੇ ਕਿਹਾ ਕਿ ਔਖੀ ਘੜੀ ਦੇ ਵਿੱਚ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ, ਮੇਰਾ ਸਾਥ ਸਿਰਫ ਉਸ ਸਮੇਂ ਪਰਮਾਤਮਾ ਨੇ ਹੀ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰੇ ਬਜ਼ੁਰਗ ਮਾਤਾ ਪਿਤਾ ਦੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਗਈ ਕਿ ਸੁੱਚਾ ਸਿੰਘ ਲੰਗਾ ਨੂੰ ਮੁਆਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾਵੇ, ਲੇਕਿਨ ਹਜੇ ਤੱਕ ਉਸ ਚਿੱਠੀ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਮੁਆਫੀ ਦੇ ਕੇ ਪੰਥ ਵਿੱਚ ਸ਼ਾਮਲ ਕਰੋ। ਇੱਕ ਛੋਟੀ ਜਿਹੀ ਮੀਟਿੰਗ ਸੱਦੀ ਸੀਗੀ ਹਲਕੇ ਦੇ ਵਰਕਰਾਂ ਦੀ ਸਾਰਿਆਂ ਦੀ, ਕਿਉਂਕਿ ਇਲੈਕਸ਼ਨ ਨੂੰ ਕਰੀਬ 4 ਮਹੀਨੇ ਰਹਿ ਗਏ ਚੋਣ ਜਾਬਤਾ ਲੱਗਣ ਨੂੰ, ਤਾਂ ਕਰਕੇ ਸੀਗਾ ਕਿ ਥੋੜੀ ਸਰਗਰਮੀ ਵਧਾਈ ਜਾਏ, ਵਰਕਰਾਂ ਨੂੰ ਲਾਮਬੰਦ ਕੀਤਾ ਜਾਏ ਤੇ ਜੋ 13 ਚੀਜ਼ਾਂ ਦਾ ਏਜੰਡਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਦੇ ਲੋਕਾਂ ਲਈ ਦਿੱਤਾ ਉਹਨੂੰ ਦੱਸਣਾ ਸੀ, ਲੇਕਿਨ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਮੈਂ ਇਹਨਾਂ ਦਾ ਬਹੁਤ ਧੰਨਵਾਦ। 1897 ਈਸਵੀ ਨੂੰ ਫਰੀਦਕੋਟ ਦੇ ਰਾਜੇ ਵੱਲੋਂ ਪਹਿਲੀ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਬਿਜਲੀ ਭੇਜੀ ਗਈ ਸੀ, ਜੋ ਕਿ ਪਣ ਬਿਜਲੀ ਘਰ ਅੰਮ੍ਰਿਤਸਰ ਤੋਂ ਗਈ ਸੀ ਅਤੇ ਹੁਣ ਇਹ ਬਿਜਲੀ ਘਰ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਅਤੇ ਇੱਥੇ ਨਸ਼ੇੜੀਆਂ ਵੱਲੋਂ ਆ ਕੇ ਨਸ਼ਾ ਵੀ ਕੀਤਾ ਜਾਂਦਾ ਹੈ ਤੇ ਇੱਥੇ ਪਿਆ ਲੋਹੇ ਦਾ ਸਮਾਨ ਵੀ ਵੇਚਿਆ ਜਾ ਰਿਹਾ, ਜਿਸ ਦੇ ਬਾਅਦ ਹੁਣ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਹੁਣਾਂ ਵੱਲੋਂ ਇਸ ਬਿਜਲੀ ਘਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕੀ ਗਈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਬਿਜਲੀ ਘਰ ਇੱਕ ਵਿਰਾਸਤੀ ਇਮਾਰਤ ਹੈ, ਇਸ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਅਤੇ ਅੱਜ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਨਜ਼ਦੀਕ ਜਿੰਨਾ ਵੀ ਕੂੜਾ ਕਰਕਟ ਤੇ ਫਾਲਤੂ ਬੂਟੇ ਹੈ ਉਸ ਨੂੰ ਸਾਫ਼ ਕੀਤਾ ਗਿਆ ਤੇ ਇਸ ਨੂੰ ਇੱਕ ਵਧੀਆ ਦਿੱਖ ਦਿੱਤੀ ਗਈ, ਜੋ ਕਿ ਸੈਲਾਨੀ ਇੱਥੇ ਆ ਕੇ ਇਸ ਪਣ ਬਿਜਲੀ ਘਰ ਬਾਰੇ ਜਾਣ ਸਕਣ। ਇਸ ਦੇ ਨਾਲ ਹੀ ਬਾਬਾ ਅਮਰੀਕ ਸਿੰਘ ਜੀ ਨੇ ਸਰਕਾਰ ਤੇ ਪ੍ਰਸ਼ਾਸਨ ਤੇ SGPC ਤੋਂ ਵੀ ਸਹਿਯੋਗ ਮੰਗਿਆ ਤਾਂ ਜੋ ਇਸ ਵਿਰਾਸਤੀ ਇਮਾਰਤ ਨੂੰ ਸਾਂਭਿਆ ਜਾ ਸਕੇ ਤੇ ਸੈਲਾਨੀ ਇੱਥੇ ਆ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਣ ਬਿਜਲੀ ਘਰ ਬਾਰੇ ਦੱਸ ਸਕਣ। ਇਸ ਉਪਰਾਲੇ ਦਾ ਕਾਰਨ ਕੀ ਹੋਇਆ ਕਿ ਅਸੀਂ ਇਹਦੇ ਬਿਜਲੀ ਘਰ ਦੇ ਆਪੋਜਿਟ 5 ਸਰੋਵਰਾਂ ਨੂੰ ਜੋ ਜਲ ਜਾਂਦਾ ਹੈ, ਸ੍ਰੀ ਹਰਿਮੰਦਰ ਸਾਹਿਬ ਜੀ, ਕੌਲਸਰ ਸਾਹਿਬ, ਸੰਤੋਖਸਰ ਸਾਹਿਬ, ਰਾਮਸਰ ਸਾਹਿਬ, ਵਿਕਸਰ ਸਾਹਿਬ, ਉੱਥੇ ਅਸੀਂ ਕਾਰ ਸੇਵਾ ਕਰਵਾ ਰਹੇ ਹਾਂ 5 ਸਰੋਵਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਲੇਕਿਨ ਉਹਦੇ ਨਾਤੇ ਨਾਲ ਅਸੀਂ ਇੱਥੇ ਚੱਕਰ ਮਾਰਦੇ ਰਹਿੰਦੇ ਸੀ ਕਿ ਇੱਥੇ ਬੇਸ਼ੁਮਾਰ ਗੰਦਗੀ, ਚੋਰਾਂ ਨੇ ਭੰਨ ਤੋੜ ਕੀਤੀ ਹੈ। ਛੱਤ ਤੋਂ ਇੰਨੀ ਕੀਮਤੀ ਲੱਕੜ ਲੱਗੀ ਸੀ ਉਹ ਵੀ ਉਤਾਰ ਲਈ ਗਈ, ਅੱਧ ਤੋਂ ਜ਼ਿਆਦਾ ਲੱਕੜ ਇੱਥੇ ਉਤਾਰ ਲਈ ਗਈ ਹੈ। ਇਹਨੂੰ ਵੇਖਦੇ ਹੋਏ ਅਸੀਂ ਲੋਕਲ ਜੰਗਲਾਤ ਮਹਿਕਮੇ ਵਾਲਿਆਂ ਨੂੰ, ਨਹਿਰੀ ਵਿਭਾਗ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਇੱਥੇ ਗੰਦਗੀ ਬਹੁਤ ਹੈ, ਕਿ ਇੱਥੇ ਸਫਾਈ ਹੋਣੀ ਚਾਹੀਦੀ ਹੈ। ਸੋ ਹੁਣ ਅਸੀਂ ਇੱਥੇ ਸੰਗਤ ਦੇ ਸਹਿਯੋਗ ਨਾਲ, ਪ੍ਰਸ਼ਾਸਨ ਦੇ ਸਹਿਯੋਗ ਨਾਲ, ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਜਿੰਨੀਆਂ ਵੀ ਜੜੀਆਂ ਬੂਟੀਆਂ ਨੇ ਜੰਗਲੀ ਔਰ ਗੰਦਗੀ ਸੀ, ਲੋਕੀ ਗੰਦਗੀ ਦੇ ਵਿੱਚ ਹੋਰ ਗੰਦਗੀ ਪਾਈ ਜਾਂਦੇ ਨੇ, ਅਸੀਂ ਉਹਦੀ ਸਾਫ਼ ਸਫਾਈ ਅੱਜ ਆਰੰਭ ਕੀਤੀ ਹੈ ਔਰ ਸਾਫ਼ ਸਫਾਈ ਆਰੰਭ ਕਰਨ ਤੋਂ ਬਾਅਦ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਜੋ ਇੱਥੇ ਬਿਜਲੀ ਘਰ ਹੈ ਕੋਸ਼ਿਸ਼ ਕਰਾਂਗੇ ਇਹਦੀ ਤੇ ਅਸੀਂ ਅੱਜ ਨਾਪੀ ਕਰ ਲਈ ਆ ਕਿ ਇਹਦੀਆਂ ਇੱਥੇ ਦੇ ਸਾਰੇ ਦਰਵਾਜ਼ੇ, ਇੱਥੋਂ ਦੀ ਛੱਤ ਦੁਬਾਰਾ ਤੋਂ ਪ੍ਰਜਰਵ ਕੀਤੀ ਜਾਵੇ, ਰਿਪੇਅਰ ਕੀਤੀ ਜਾਵੇ ਔਰ ਇਹਨੂੰ ਸੇਫ ਰੱਖਿਆ ਜਾਵੇ।
ਕਾਂਗਰਸ ਦੇ ਸਾਬਕਾ ਚੇਅਰਮੈਨ ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ ਅਸਥਾਈ ਰੂਪ ਨਾਲ ਮੁਅੱਤਲ ਕਰਨ ਦੇ 1 ਹਫ਼ਤੇ ਬਾਅਦ ਅਨਲੌਕ ਕਰ ਦਿੱਤਾ ਗਿਆ। ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ਦੇ ਲੌਕ ਹੋਣ ਤੇ ਪਿਛਲੇ ਦਿਨੀ ਜੰਮ ਕੇ ਸਿਆਸਤ ਹੋਈ। ਕਾਂਗਰਸ ਨੇ ਟਵਿੱਟਰ ਦੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ। ਹਾਲਾਂਕਿ ਟਵਿੱਟਰ ਨੇ ਸਾਫ਼ ਕਰ ਦਿੱਤਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਰਾਹੁਲ ਗਾਂਧੀ ਖਿਲਾਫ ਕਾਰਵਾਈ ਕੀਤੀ ਜਾਵੇ। ਰਾਹੁਲ ਗਾਂਧੀ ਨੇ ਉੱਤਰ ਪੱਛਮੀ ਦਿੱਲੀ 'ਚ ਇੱਕ 9 ਸਾਲ ਦੀ ਬੱਚੀ ਦੀ ਹੱਤਿਆ ਦੇ ਮਾਮਲੇ 'ਚ ਕੇਂਦਰ ਸਰਕਾਰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਪੀੜਤਾਂ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਉਜਾਗਰ ਕਰ ਦਿੱਤੀ। ਇਹਨਾਂ ਦੀ ਪਛਾਣ ਨੂੰ ਲੈ ਕੇ ਟਵੀਟ ਵੀ ਕੀਤਾ ਸੀ। ਇਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਪੀੜਤਾ ਦੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ। ਇਸ ਤੋਂ ਬਾਅਦ ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਲੌਕ ਕਰ ਦਿੱਤਾ ਸੀ। ਭਾਜਪਾ ਨੇਤਾਵਾਂ ਅਤੇ ਰਾਸ਼ਟਰੀ ਬਾਲ ਕਮਿਸ਼ਨ ਨੇ ਇਸ ਦੀ ਸ਼ਿਕਾਇਤ ਤੇ ਕਾਰਵਾਈ ਦੀ ਮੰਗ ਕੀਤੀ ਤਾਂ ਟਵਿੱਟਰ ਨੇ ਰਾਹੁਲ ਹੀ ਨਹੀਂ, ਕਾਂਗਰਸ ਦੇ ਅਧਿਕਾਰਤ ਅਕਾਊਂਟਸ ਦੇ ਨਾਲ ਹੀ ਕਰੀਬ 5000 ਤੋਂ ਵੱਧ ਕਾਂਗਰਸ ਨੇਤਾਵਾਂ, ਕਾਰਜਕਾਰੀਆਂ, ਸਮਰਥਕਾਂ ਦੇ ਅਕਾਊਂਟ ਬੰਦ ਕਰ ਦਿੱਤੇ। ਪਾਰਟੀ ਦੇ ਇੱਕ ਅਧਿਕਾਰੀ ਨੇ ਕਿਹਾ, ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਨਲੌਕ ਕਰ ਦਿੱਤਾ ਗਿਆ। ਕੁਝ ਨੇਤਾਵਾਂ ਦੇ ਖਾਤੇ ਵੀ ਬਹਾਲ ਕਰ ਦਿੱਤੇ ਗਏ ਨੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਟਵਿੱਟਰ ਤੇ ਰਾਸ਼ਟਰੀ ਸਿਆਸਤ ਪ੍ਰਕਿਰਿਆ 'ਚ ਸਾਈਨ ਕਰਨ ਦਾ ਦੋਸ਼ ਲਾਉਂਦੇ ਹੋਏ ਜ਼ੋਰਦਾਰ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਕਿਹਾ ਸੀ ਕਿ ਉਹਨਾਂ ਦੇ ਹੈਂਡਲ ਨੂੰ ਬੰਦ ਕਰਨਾ ਦੇਸ਼ ਦੇ ਲੋਕਤਾਂਤਰਿਕ ਢਾਂਚੇ ਤੇ ਹਮਲਾ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਔਰਤਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਰੋਸ ਵਜੋਂ ਤੀਆਂ ਦੇ ਤਿਉਹਾਰ ਨੂੰ ਅਨੋਖੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਦਿਆਂ ਜਿੱਥੇ ਕੇਂਦਰ ਸਰਕਾਰ ਖਿਲਾਫ ਬੋਲੀਆਂ, ਟੱਪੇ ਗਾਉਂਦਿਆਂ ਤੇ ਗਿੱਧਾ ਪਾਉਂਦਿਆਂ ਰੋਸ ਜ਼ਾਹਿਰ ਕੀਤਾ, ਉੱਥੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਦੱਸ ਦਈਏ ਕਿ ਪੰਜਾਬ ਵਿੱਚ ਚੱਲ ਰਹੇ ਕਈ ਧਰਨਿਆਂ ਦੇ ਵਿੱਚ ਵੀ ਬੀਬੀਆਂ ਵੱਲੋਂ ਇਸ ਤਰੀਕੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਚਾਹੁੰਦੀ ਹਾਂ ਵੀ ਮੋਦੀ ਨੂੰ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਜਿਹੜੇ ਕਿਸਾਨ ਵਿਚਾਰੇ 1.5 ਸਾਲ ਦੇ ਉੱਥੇ ਬੈਠੇ ਆ, ਬੱਚੇ ਛੱਡ ਕੇ, ਕਈਆਂ ਦੀ ਉੱਥੇ ਮੌਤ ਵੀ ਹੋ ਗਈ ਆ, ਵੀ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਤੇ ਦੁਨੀਆ ਬਹੁਤ ਇਸ ਗੱਲ ਦੀ ਫਿਕਰ 'ਚ ਆ। ਹੁਣ ਸਾਰੇ ਤਿਉਹਾਰ ਬੇਅਰਥ ਹੋਏ ਪਏ ਆ, ਸਾਰੀਆਂ ਚੀਜ਼ਾਂ, ਸਾਰੀ ਇਕੋਨਮੀ ਖਰਾਬ ਹੋਈ ਪਈ ਆ, ਲੋਕਾਂ ਦਾ ਬੁਰਾ ਹਾਲ ਹੋਇਆ ਪਿਆ। ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਤੁਸੀਂ ਵੱਖਰੇ ਢੰਗ ਨਾਲ ਮਨਾਇਆ ਕੀ ਕਰ? ਅੱਗੇ ਅਸੀਂ ਬਹੁਤ ਖੁਸ਼ੀ ਨਾਲ ਮਨਾਉਂਦੇ ਸੀ। ਐਤਕੀ ਸਾਨੂੰ ਬਹੁਤ ਅਫਸੋਸ ਆ ਵੀ ਸਾਡੇ ਸਾਰੇ ਭਰਾ ਭਤੀਜੇ ਜੋ ਆਂਢ ਗੁਆਂਢ ਸਭ ਧਰਨਿਆਂ 'ਤੇ ਬੈਠੇ ਆ ਅਤੇ ਬੀਬੀਆਂ ਵਿਚਾਰੀਆਂ ਇਕੱਲੀਆਂ ਰਹਿ ਜਾਂਦੀਆਂ ਅਤੇ ਘਰ ਦੀਆਂ ਵੀ ਬੜੀਆਂ ਜ਼ਿੰਮੇਵਾਰੀਆਂ ਨੇ ਅਤੇ ਫਿਰ ਇਸ ਤਰ੍ਹਾਂ ਕਰਕੇ ਵੀ ਬਹੁਤ ਅਫਸੋਸ ਆ। ਅਤੇ ਪਰ ਉਹ ਖੁਸ਼ੀ ਹੈ ਨਹੀਂ ਗੀ। ਮਨਾਇਆ ਜ਼ਰੂਰ ਆ ਪਰ ਉਹ ਖੁਸ਼ੀ ਹੈ ਨਹੀਂ ਜਿਹੜੀ ਪਹਿਲਾਂ ਹੁੰਦੀ ਸੀ।